ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਹਿਸਟਰੀ ਦੇ ਬਹੁਤ ਹੀ ਮਹੱਤਵਪੂਰਨ ਟੌਪਿਕ ਬਾਰੇ ਜਾਣਕਾਰੀ ਹਾਸਲ ਕਰਾਂਗੇ ਜਿਹਦਾ ਨਾਮ ਹੈਗਾ ਗੁਪਤ ਸਾਮਰਾਜ ਜਾਂ ਗੁਪਤ ਕਾਲ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇਹ ਗੁਪਤ ਸਾਮਰਾਜ ਹੈਗਾ ਇਹ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਇਆ। 300 ਈਸਵੀ ਦੇ ਵਿੱਚ ਕੁਸ਼ਾਣਾ ਦੇ ਪਤਨ ਦੇ ਨਾਲ ਉੱਤਰੀ ਭਾਰਤ ਆ ਜਿਹੜਾ ਉਹ ਛੋਟੇ ਸੁਤੰਤਰ ਰਾਜਾਂ ਦੇ ਵਿੱਚ ਵੰਡਿਆ ਗਿਆ ਸੀ। ਉਸ ਸਮੇਂ ਉੱਤਰੀ ਭਾਰਤ ਦੇ ਵਿੱਚ ਇੱਕ ਸਾਮਰਾਜ ਉੱਭਰ ਕੇ ਸਾਹਮਣੇ ਆਇਆ ਜਿਹਦਾ ਨਾਮ ਸੀ ਗੁਪਤ ਸਾਮਰਾਜ। ਗੁਪਤ ਸਾਮਰਾਜ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਸ਼੍ਰੀ ਗੁਪਤ ਤੋਂ ਹੁੰਦੀ ਹੈਗੀ, ਜਿਨ੍ਹਾਂ ਨੇ 240 ਈਸਵੀ ਤੋਂ ਲੈ ਕੇ 280 ਈਸਵੀ ਤੱਕ ਰਾਜ ਚਲਾਇਆ। ਸ਼੍ਰੀ ਗੁਪਤ ਦੇ ਰਾਜੇ ਹੋਣ ਬਾਰੇ ਜਿਹੜਾ ਪਤਾ ਗਾ ਉਹ ਪ੍ਰਯਾਗ ਸਤੰਭ ਲੇਖ ਜਾਂ ਇਲਾਹਾਬਾਦ ਅਭਿਲੇਖ ਕਿਹਾ ਜਾਂਦਾ, ਜਿਹਨੂੰ ਇਹ ਤੋਂ ਲੱਗਦਾ ਗਾ ਜਿਹੜਾ ਕਿ ਸਮੁੰਦਰ ਗੁਪਤ ਦੇ ਦਰਬਾਰੀ ਕਵੀ ਹਰੀਸੇਨ ਨੇ ਲਿਖਿਆ ਸੀਗਾ, ਕਿਉਂਕਿ ਇਹਦੇ ਵਿੱਚ ਸ਼੍ਰੀ ਗੁਪਤ ਦਾ ਜਿਹੜਾ ਨਾਂ ਗਾ ਉਹ ਸਭ ਤੋਂ ਉੱਪਰ ਲਿਖਿਆ ਗਿਆ ਗਾ। ਇਸ ਤੋਂ ਇਹ ਸਿੱਧ ਹੁੰਦਾ ਗਾ ਕਿ ਗੁਪਤ ਸਾਮਰਾਜ ਦਾ ਜਿਹੜਾ ਪਹਿਲਾ ਸ਼ਾਸਕ ਸੀ ਉਹ ਸ਼੍ਰੀ ਗੁਪਤ ਸੀ। ਸ਼੍ਰੀ ਗੁਪਤ ਦੀ ਮੌਤ ਤੋਂ ਬਾਅਦ ਜਿਹੜਾ ਉਹਦਾ ਪੁੱਤਰ ਘਟੋਤਕਚ ਗਾ ਉਹ ਸ਼ਾਸਨ ਸੰਭਾਲਦਾ ਗਾ, ਜਿਹਦਾ ਸ਼ਾਸਨ ਕਾਲ 280 ਈਸਵੀ ਤੋਂ ਲੈ ਕੇ 319 ਈਸਵੀ ਤੱਕ ਰਿਹਾ। ਹੁਣ ਆਪਾਂ ਚੰਦਰਗੁਪਤ ਪਹਿਲੇ ਦੀ ਗੱਲ ਕਰਦੇ ਆਂਗੇ, ਜਿਹਦਾ ਸ਼ਾਸਨ ਕਾਲ 319 ਈਸਵੀ ਤੋਂ ਲੈ ਕੇ 335 ਈਸਵੀ ਤੱਕ ਰਿਹਾ। ਚੰਦਰਗੁਪਤ ਪਹਿਲਾ ਸੀਗਾ ਜਿਹੜਾ ਉਹ ਘਟੋਤਕਚ ਦਾ ਪੁੱਤਰ ਸੀਗਾ। ਚੰਦਰਗੁਪਤ ਪਹਿਲੇ ਨੂੰ ਹੀ ਗੁਪਤ ਸਾਮਰਾਜ ਦਾ ਅਸਲੀ ਸੰਸਥਾਪਕ ਕਿਹਾ ਜਾਂਦਾ ਗਾ। ਇਹ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਆ ਤੇ ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛਿਆ ਗਿਆ ਗਾ ਕਿ ਗੁਪਤ ਸਾਮਰਾਜ ਦਾ ਅਸਲੀ ਸੰਸਥਾਪਕ ਕੌਣ ਸੀ, ਤਾਂ ਇਹਦਾ ਜਵਾਬ ਹੈਗਾ ਗਾ ਚੰਦਰਗੁਪਤ ਪਹਿਲਾ। ਪਰ ਜੇ ਐਵੇਂ ਕੁਐਸਚਨ ਪੁੱਛਿਆ ਜਾਵੇ ਕਿ ਗੁਪਤ ਸਾਮਰਾਜ ਦਾ ਸੰਸਥਾਪਕ ਕੌਣ ਸੀ, ਤਾਂ ਇਹਦਾ ਜਵਾਬ ਆਏਗਾ ਸ਼੍ਰੀ ਗੁਪਤ। ਚੰਦਰਗੁਪਤ ਪਹਿਲੇ ਨੇ ਗੁਪਤ ਸੰਮਤ ਨਾਂ ਦਾ ਜਿਹੜਾ ਕੈਲੰਡਰ ਸੀਗਾ ਉਹ 319 ਈਸਵੀ ਦੇ ਵਿੱਚ ਚਲਾਇਆ ਸੀਗਾ। ਚੰਦਰਗੁਪਤ ਪਹਿਲੇ ਨੂੰ ਗੁਪਤ ਸਾਮਰਾਜ ਦਾ ਮਹੱਤਵਪੂਰਨ ਸ਼ਾਸਕ ਇਸ ਲਈ ਕਿਹਾ ਜਾਂਦਾ ਗਾ ਕਿਉਂਕਿ ਉਹਨੇ ਗੁਪਤ ਸਾਮਰਾਜ ਦਾ ਕਾਫੀ ਜ਼ਿਆਦਾ ਵਿਕਾਸ ਕੀਤਾ ਸੀਗਾ। ਉਹਨੇ ਵਿਆਹ ਸੰਬੰਧਾਂ ਦੇ ਰਾਹੀਂ ਜਿਹੜਾ ਸਾਮਰਾਜ ਸੀਗਾ ਉਹਦਾ ਵਿਕਾਸ ਕੀਤਾ ਸੀਗਾ, ਕਿਉਂਕਿ ਉਹਨੇ ਲਿਛਵੀ ਵੰਸ਼ ਦੀ ਜਿਹੜੀ ਰਾਜਕੁਮਾਰੀ ਸੀਗੀ ਕੁਮਾਰ ਦੇਵੀ ਉਹਦੇ ਨਾਲ ਵਿਆਹ ਕੀਤਾ ਸੀ ਤੇ ਮਗਧ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀਗਾ। ਚੰਦਰਗੁਪਤ ਪਹਿਲੇ ਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਸਮੁੰਦਰਗੁਪਤ ਹੈਗਾ ਉਹ ਸ਼ਾਸਨ ਸੰਭਾਲਦਾ ਗਾ, ਜਿਹਦਾ ਸ਼ਾਸਨ 335 ਈਸਵੀ ਤੋਂ ਲੈ ਕੇ 375 ਈਸਵੀ ਤੱਕ ਚੱਲਿਆ। ਸਮੁੰਦਰਗੁਪਤ ਨੂੰ ਗੁਪਤ ਸਾਮਰਾਜ ਦਾ ਬਹੁਤ ਹੀ ਮਹੱਤਵਪੂਰਨ ਸ਼ਾਸਕ ਕਿਹਾ ਜਾਂਦਾ ਗਾ ਕਿਉਂਕਿ ਇਹਨੇ ਆਪਣੇ ਸ਼ਾਸਨ ਦਾ ਕਾਫੀ ਜ਼ਿਆਦਾ ਵਿਸਤਾਰ ਕੀਤਾ ਤੇ ਇਹਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਾਫੀ ਜਿੱਤਾਂ ਹਾਸਲ ਕੀਤੀਆਂ। ਤੇ ਸਮੁੰਦਰਗੁਪਤ ਦੀਆਂ ਜਿਹੜੀਆਂ ਜਿੱਤਾਂ ਦੀ ਜਾਣਕਾਰੀ ਹੈਗੀ ਉਹ ਸਾਨੂੰ ਇਲਾਹਾਬਾਦ ਸਤੰਭ ਲੇਖ ਤੋਂ ਮਿਲਦੀ ਆ। ਇਹ ਜਿਹੜਾ ਇਲਾਹਾਬਾਦ ਸਤੰਭ ਲੇਖ ਹੈਗਾ ਇਹ ਸਮੁੰਦਰਗੁਪਤ ਦੇ ਰਾਜ ਕਵੀ ਨੇ ਬਣਾਇਆ ਸੀ, ਜਿਹਨੂੰ ਕਿ ਹਰੀਸੇਨ ਕਿਹਾ ਜਾਂਦਾ ਗਾ। ਇਸ ਸਤੰਭ ਲੇਖ ਤੋਂ ਸਾਨੂੰ ਇਹ ਪ੍ਰਮਾਣ ਮਿਲਦਾ ਗਾ ਕਿ ਸਮੁੰਦਰਗੁਪਤ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਉੱਤਰੀ ਭਾਰਤ ਦੇ 8 ਰਾਜਿਆਂ ਤੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ, ਜਿਸ ਕਰਕੇ ਸਮਿਥ ਨੇ ਉਹਨੂੰ ਭਾਰਤ ਦਾ ਨੈਪੋਲੀਅਨ ਕਿਹਾ ਗਾ, ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ। ਇਹ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਵਾਰੀ ਪੁੱਛਿਆ ਗਿਆ ਕਿ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਗਿਆ ਗਾ, ਤੇ ਇਹਦਾ ਜਵਾਬ ਆਏਗਾ ਸਮੁੰਦਰਗੁਪਤ ਨੂੰ। ਇਸ ਤੋਂ ਇਲਾਵਾ ਸਮੁੰਦਰਗੁਪਤ ਦੇ ਬਾਰੇ ਇਹ ਵੀ ਕਾਫੀ ਜ਼ਿਆਦਾ ਮਸ਼ਹੂਰ ਆ ਕਿ ਉਹਨੂੰ ਕਲਾ ਦੇ ਨਾਲ ਕਾਫੀ ਜ਼ਿਆਦਾ ਪਿਆਰ ਸੀ, ਕਿਉਂਕਿ ਸਮੁੰਦਰਗੁਪਤ ਦੇ ਸਮੇਂ ਜਿਹੜੇ ਸਿੱਕੇ ਸੀਗੇ ਉਹਦੇ ਵਿੱਚ ਸਮੁੰਦਰਗੁਪਤ ਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਗਾ, ਜਿਸ ਤੋਂ ਇਹ ਪਤਾ ਲੱਗਦਾ ਗਾ ਕਿ ਸਮੁੰਦਰਗੁਪਤ ਦਾ ਕਲਾ ਨਾਲ ਕਾਫੀ ਜ਼ਿਆਦਾ ਪ੍ਰੇਮ ਸੀਗਾ ਤੇ ਉਸ ਨੂੰ ਇਸ ਕਰਕੇ ਕਵਿਰਾਜ ਵੀ ਕਿਹਾ ਜਾਂਦਾ ਗਾ। ਸਮੁੰਦਰਗੁਪਤ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਚੰਦਰਗੁਪਤ ਦੂਜਾ ਗਾ ਜਿਹੜਾ ਉਹ ਸ਼ਾਸਨ ਸੰਭਾਲਦਾ ਗਾ ਤੇ ਉਹਦਾ ਜਿਹੜਾ ਸ਼ਾਸਨ ਹੈਗਾ ਉਹ 375 ਈਸਵੀ ਤੋਂ ਲੈ ਕੇ 415 ਈਸਵੀ ਤੱਕ ਚੱਲਦਾ ਗਾ। ਚੰਦਰਗੁਪਤ ਦੂਜੇ ਨੂੰ ਵੀ ਗੁਪਤ ਸਾਮਰਾਜ ਦਾ ਮਹੱਤਵਪੂਰਨ ਰਾਜਾ ਕਿਹਾ ਜਾਂਦਾ ਗਾ ਕਿਉਂਕਿ ਚੰਦਰਗੁਪਤ ਦੂਜੇ ਦੇ ਸਮੇਂ ਰਾਜ ਦੇ ਵਿੱਚ 2 ਰਾਜਧਾਨੀਆਂ ਮੌਜੂਦ ਸੀ, ਇੱਕ ਉਜੈਨ ਤੇ ਦੂਸਰੀ ਪਾਟਲੀਪੁੱਤਰ। ਚੰਦਰਗੁਪਤ ਦੂਜਾ ਸੀ ਜਿਹੜਾ ਉਹ ਉਜੈਨ ਦਾ ਮਸ਼ਹੂਰ ਰਾਜਾ ਸੀਗਾ।
ਜਿਸ ਦੇ ਦਰਬਾਰ ਦੇ ਵਿੱਚ 9 ਰਤਨ ਮੌਜੂਦ ਸੀ ਤੇ ਕਾਲੀਦਾਸ ਨਾਂ ਦਾ ਜਿਹੜਾ ਮਸ਼ਹੂਰ ਕਵੀ ਸੀਗਾ ਉਹ ਵੀ ਇਹਨਾਂ 9 ਰਤਨਾਂ ਦੇ ਵਿੱਚ ਮੌਜੂਦ ਸੀ। ਇਸ ਤੋਂ ਇਲਾਵਾ ਚੰਦਰਗੁਪਤ ਦੂਜੇ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਜਿੱਤ ਸੀ ਉਹ ਪੱਛਮੀ ਭਾਰਤ ਦੇ ਸ਼ੱਕਾਂ ਉੱਤੇ ਜਿੱਤ ਸੀਗੀ। ਜਿਵੇਂ ਕਿ ਆਪਾਂ ਸ਼ੁਰੂ ਦੇ ਵਿੱਚ ਪੜ੍ਹਿਆ ਗਾ ਕਿ ਕੁਸ਼ਾਣਾਂ ਦੇ ਪਤਨ ਤੋਂ ਬਾਅਦ ਜਿਹੜਾ ਰਾਜ ਸੀਗਾ ਉਹ ਛੋਟੇ ਖੇਤਰਾਂ ਦੇ ਵਿੱਚ ਵੰਡਿਆ ਗਿਆ ਸੀ, ਤਾਂ ਇਹਨਾਂ ਖੇਤਰਾਂ 'ਤੇ ਜਿਹੜੇ ਵਿਦੇਸ਼ੀ ਹਮਲਾਵਰ ਸੀਗੇ ਉਹ ਹਮਲੇ ਕਰਦੇ ਰਹਿੰਦੇ ਸੀ ਤੇ ਇਹਨਾਂ ਹਮਲਾਵਰਾਂ ਦੇ ਵਿੱਚ ਜਿਹੜੀ ਇਹ ਸ਼ੱਕ ਜਾਤੀ ਸੀ ਇਹ ਮੌਜੂਦ ਸੀਗੀ। ਗੁਪਤ ਸਾਮਰਾਜ ਦੇ ਕਾਲ ਦੌਰਾਨ ਜਿਹੜੇ ਇਹ ਸ਼ੱਕ ਸੀਗੇ ਇਹਨਾਂ ਨੇ ਇੱਥੋਂ ਦੇ ਰਾਜਿਆਂ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਸੀ ਤੇ ਚੰਦਰਗੁਪਤ ਦੂਜੇ ਨੇ ਇਹਨਾਂ ਨੂੰ ਹਰਾ ਦਿੱਤਾ ਸੀ ਤੇ ਹਰਾਉਣ ਤੋਂ ਬਾਅਦ ਚੰਦਰਗੁਪਤ ਦੂਜੇ ਨੇ ਵਿਕਰਮ ਆਦਿਤਿਆ ਦੀ ਜਿਹੜੀ ਉਪਾਧੀ ਸੀ ਉਹ ਧਾਰਨ ਕੀਤੀ ਸੀ, ਜਿਹਦਾ ਅਰਥ ਹੈਗਾ ਗਾ ਵੀਰਤਾ ਦਾ ਸੂਰਜ। ਆਪਣੀ ਇਸ ਜਿੱਤ ਦੀ ਖੁਸ਼ੀ ਤੋਂ ਬਾਅਦ ਚੰਦਰਗੁਪਤ ਦੂਜੇ ਨੇ ਆਪਣੇ ਰਾਜ ਦੇ ਵਿੱਚ ਚਾਂਦੀ ਦੇ ਸਿੱਕੇ ਚਲਾਏ ਸੀਗੇ, ਜਿਹੜੀ ਕਿ ਕਾਫੀ ਇੰਪੋਰਟੈਂਟ ਗੱਲ ਆ ਗਈ। ਇਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਗਾ ਕਿ ਗੁਪਤ ਸਾਮਰਾਜ ਦੇ ਵਿੱਚ ਕਿਸ ਸ਼ਾਸਕ ਨੇ ਪਹਿਲੀ ਵਾਰ ਚਾਂਦੀ ਦੇ ਸਿੱਕੇ ਚਲਾਏ ਸੀ, ਤਾਂ ਉਹਦਾ ਨਾਮ ਹੈਗਾ ਗਾ ਚੰਦਰਗੁਪਤ ਦੂਜੇ। ਤੇ ਇਸ ਤੋਂ ਇਲਾਵਾ ਗੁਪਤ ਸਾਮਰਾਜ ਦੇ ਬਾਰੇ ਇਹ ਵੀ ਗੱਲ ਕਾਫੀ ਇੰਪੋਰਟੈਂਟ ਆ ਕਿ ਸਭ ਤੋਂ ਪਹਿਲਾਂ ਜਿਹੜੇ ਸੋਨੇ ਦੇ ਸਿੱਕੇ ਚਲਾਏ ਗਏ ਸੀਗੇ ਉਹ ਵੀ ਗੁਪਤ ਸਾਮਰਾਜ ਦੇ ਵਿੱਚ ਹੀ ਚਲਾਏ ਗਏ ਸੀ। ਚੰਦਰਗੁਪਤ ਦੂਜੇ ਨੇ ਦਿੱਲੀ ਦੇ ਵਿੱਚ ਇੱਕ ਲੋਹੇ ਦਾ ਸਤੰਭ ਬਣਵਾਇਆ ਸੀਗਾ, ਜਿਸ ਤੋਂ ਸਾਨੂੰ ਉਹਦੀਆਂ ਜਿੱਤਾਂ ਦੀ ਜਾਣਕਾਰੀ ਮਿਲਦੀ ਆ। ਇਸ ਲੋਹ ਸਤੰਭ ਬਾਰੇ ਇਹ ਕਾਫੀ ਜ਼ਿਆਦਾ ਮਸ਼ਹੂਰ ਆ ਕਿ ਇਹ ਇੱਕ ਅਜਿਹਾ ਲੋਹੇ ਦਾ ਸਤੰਭ ਆਗਾ ਜਿਹਨੂੰ ਹਾਲੇ ਤੱਕ ਜੰਗ ਨਹੀਂ ਲੱਗੀ ਤੇ ਇਹ ਮੌਜੂਦਾ ਸਮੇਂ ਦੇ ਵਿੱਚ ਦਿੱਲੀ ਦੀ ਜਿਹੜੀ ਇਸਲਾਮ ਮਸਜਿਦ ਆ ਉਹਦੇ ਕੋਲ ਆਗਾ। ਇਸ ਤੋਂ ਇਲਾਵਾ ਇਸ ਲੋਹੇ ਦੇ ਸਤੰਭ ਤੋਂ ਸਾਨੂੰ ਇਹ ਵੀ ਜਾਣਕਾਰੀ ਮਿਲਦੀ ਆ ਕਿ ਚੰਦਰਗੁਪਤ ਦੂਜੇ ਨੇ ਬੰਗਾਲ ਦੇ ਵਿੱਚ ਇੱਕ ਰਾਜਿਆਂ ਦੇ ਗੁੱਟ ਨੂੰ ਹਰਾਇਆ ਸੀਗਾ ਤੇ ਚੰਦਰਗੁਪਤ ਦੂਜੇ ਦੇ ਸਮੇਂ ਪ੍ਰਸਿੱਧ ਚੀਨੀ ਯਾਤਰੀ ਫਹਿਆਨ ਪਹਿਲੀ ਵਾਰ ਜਿਹੜਾ ਭਾਰਤ ਆਇਆ ਸੀ, ਜਿਹੜਾ ਕਿ ਕਾਫੀ ਇੰਪੋਰਟੈਂਟ ਕੁਐਸਚਨ ਬਣਦਾ ਗਾ। ਚੰਦਰਗੁਪਤ ਦੂਜੇ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਜਿਹੜਾ ਕੁਮਾਰ ਗੁਪਤ ਹੈਗਾ ਉਹ ਸ਼ਾਸਨ ਸੰਭਾਲਦਾ ਗਾ ਤੇ ਉਹ 415 ਈਸਵੀ ਤੋਂ ਲੈ ਕੇ 455 ਈਸਵੀ ਤੱਕ ਸ਼ਾਸਨ ਕਰਦਾ ਗਾ। ਕੁਮਾਰ ਗੁਪਤ ਦੇ ਕਾਲ ਦੌਰਾਨ ਦੀ ਸਾਨੂੰ ਇੰਨੀ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆ ਗਈ ਉਹ ਨਹੀਂ ਮਿਲਦੀ, ਪਰ ਇਹਦੇ ਵਿੱਚ ਜਿਹੜੀਆਂ ਦੋ ਗੱਲਾਂ ਨੇ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਪਹਿਲਾ ਪੁਆਇੰਟ ਇਹ ਆ ਕਿ ਜਿਹੜਾ ਭਾਰਤ ਦਾ ਪਹਿਲਾ ਪ੍ਰਸਿੱਧ ਵਿਸ਼ਵ ਵਿਦਿਆਲੇ ਸੀ ਨਾਲੰਦਾ ਵਿਸ਼ਵ ਵਿਦਿਆਲੇ, ਉਸ ਦਾ ਜਿਹੜਾ ਨਿਰਮਾਣ ਸੀਗਾ ਉਹ ਕੁਮਾਰ ਗੁਪਤ ਦੇ ਟਾਈਮ ਦੌਰਾਨ ਹੀ ਹੋਇਆ ਸੀਗਾ। ਤੇ ਦੂਸਰਾ ਹੈਗਾ ਗਾ ਹੂਣਾ ਦਾ ਜਿਹੜਾ ਪਹਿਲਾ ਹਮਲਾ ਗਾ ਉਹ ਵੀ ਕੁਮਾਰ ਗੁਪਤ ਦੇ ਸਮੇਂ ਦੌਰਾਨ ਹੀ ਹੋਇਆ ਸੀ। ਹੂਣ ਮੱਧ ਏਸ਼ੀਆ ਦੀ ਇੱਕ ਪ੍ਰਸਿੱਧ ਜਾਤੀ ਸੀ ਜਿਹੜੇ ਕਿ ਗੁਪਤ ਸਾਮਰਾਜ ਦੇ ਵਿੱਚ ਲੁੱਟ ਖਸੁੱਟ ਕਰਦੇ ਸੀਗੇ ਤੇ ਇਹਨਾਂ ਹੂਣਾਂ ਨੂੰ ਹਰਾਉਣ ਦੇ ਲਈ ਕੁਮਾਰ ਗੁਪਤ ਨੇ ਆਪਣੇ ਪੁੱਤਰ ਸਕੰਦ ਗੁਪਤ ਨੂੰ ਭੇਜਿਆ ਸੀ ਤੇ ਸਕੰਦ ਗੁਪਤ ਨੇ ਹੂਣਾਂ ਨੂੰ ਹਰਾ ਦਿੱਤਾ ਸੀਗਾ। ਕੁਮਾਰ ਗੁਪਤ ਦੀ ਮੌਤ ਤੋਂ ਬਾਅਦ ਜਿਹੜਾ ਸਕੰਦ ਗੁਪਤ ਹੈਗਾ ਉਹ ਸ਼ਾਸਨ ਸੰਭਾਲਦਾ ਗਾ ਤੇ ਉਹ 455 ਈਸਵੀ ਤੋਂ ਲੈ ਕੇ 467 ਈਸਵੀ ਤੱਕ ਜਿਹੜਾ ਸ਼ਾਸਨ ਹੈਗਾ ਉਹ ਕਰਦਾ ਗਾ। ਕੁਮਾਰ ਗੁਪਤ ਦੇ ਟਾਈਮ ਤੱਕ ਹੀ ਜਿਹੜਾ ਗੁਪਤ ਸਾਮਰਾਜ ਹੈਗਾ ਉਹ ਕਾਫੀ ਜ਼ਿਆਦਾ ਸਟਰੋਂਗ ਰਿਹਾ, ਪਰ ਉਸ ਤੋਂ ਬਾਅਦ ਸਕੰਦ ਗੁਪਤ ਤੇ ਭਾਨੂ ਗੁਪਤ ਜਿਹੜੇ ਨੇ ਇਹ ਦੋ ਹੀ ਕਮਜ਼ੋਰ ਸ਼ਾਸਕ ਸਿੱਧ ਹੋਏ। ਪਰ ਭਾਨੂ ਗੁਪਤ ਦੇ ਟਾਈਮ ਦੌਰਾਨ ਇੱਕ ਇੰਪੋਰਟੈਂਟ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇਸ ਕਾਲ ਦੇ ਵਿੱਚ ਪਹਿਲੀ ਵਾਰੀ ਇਸਤਰੀ ਦੇ ਸਤੀ ਹੋਣ ਦਾ ਪ੍ਰਮਾਣ ਮਿਲਦਾ ਗਾ। ਮਤਲਬ ਕਿ ਭਾਨੂ ਗੁਪਤ ਦੇ ਟਾਈਮ ਦੌਰਾਨ ਹੀ ਜਿਹੜੀਆਂ ਇਸਤਰੀਆਂ ਨੇਗੀਆਂ ਉਹਨਾਂ ਦੀ ਹਾਲਤ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਆ। ਗੁਪਤ ਸਾਮਰਾਜ ਦਾ ਜਿਹੜਾ ਅੰਤਿਮ ਸ਼ਾਸਕ ਸੀ ਉਹ ਵਿਸ਼ਨੂੰ ਗੁਪਤ ਸੀਗਾ ਤੇ ਹੂਣਾ ਦੇ ਵਿਦੇਸ਼ੀ ਹਮਲਿਆਂ ਦੇ ਕਾਰਨ 550 ਈਸਵੀ ਦੇ ਵਿੱਚ ਗੁਪਤ ਸਾਮਰਾਜ ਦਾ ਜਿਹੜਾ ਅੰਤ ਆ ਉਹ ਹੋ ਜਾਂਦਾ ਗਾ। ਇਹ ਸੀ ਜੀ ਸਾਰਾ ਗੁਪਤ ਸਾਮਰਾਜ ਬਾਰੇ ਤੇ ਉਸ ਦੇ ਜਿਹੜੇ ਇੰਪੋਰਟੈਂਟ ਸ਼ਾਸਕ ਹੋਏ ਨੇ ਉਹਨਾਂ ਬਾਰੇ। ਤੇ ਹੁਣ ਆਪਾਂ ਗੁਪਤ ਸਾਮਰਾਜ ਦੇ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਤੇ ਵਿਗਿਆਨਿਕ ਜੀਵਨ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੁਪਤ ਸਾਮਰਾਜ ਸਮੇਂ ਜਿਹੜਾ ਰਾਜ ਪ੍ਰਬੰਧ ਸੀਗਾ ਉਹਦੀ ਗੱਲ ਕਰਦੇ ਆਂਗੇ। ਰਾਜ ਪ੍ਰਬੰਧ ਨੂੰ ਸਮਝਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਕਿ ਉਸ ਸਮੇਂ ਜਿਹੜਾ ਇਹ ਰਾਜ ਪ੍ਰਬੰਧ ਚਲਾਇਆ ਜਾਂਦਾ ਸੀ ਉਹ ਵੀ ਬਿਲਕੁਲ ਅੱਜ ਦੀ ਤਰ੍ਹਾਂ ਹੀ ਚਲਾਇਆ ਜਾਂਦਾ ਸੀ, ਜਿਸ ਵਿੱਚ ਹਰ ਇੱਕ ਚੀਜ਼ ਨੂੰ ਇੱਕ ਵੱਖਰੀ ਮਹਾਨਤਾ ਦਿੱਤੀ ਜਾਂਦੀ ਸੀਗੀ। ਅੱਜ ਦੀ ਤਰ੍ਹਾਂ ਉਸ ਸਮੇਂ ਵੀ ਜਿਹੜਾ ਰਾਜ ਸੀਗਾ ਉਹਨੂੰ ਵੱਖ-ਵੱਖ ਕਰਮਾਂ ਦੇ ਵਿੱਚ ਵੰਡਿਆ ਜਾਂਦਾ ਸੀ।
ਜਿਵੇਂ ਕਿ ਗੁਪਤ ਸਾਮਰਾਜ ਦੇ ਸਮੇਂ ਦੌਰਾਨ ਜਿਹੜਾ ਦੇਸ਼ ਸੀਗਾ ਉਹਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ, ਜਿਹਨੂੰ ਕਿ ਭੁਗਤੀ ਕਿਹਾ ਜਾਂਦਾ ਸੀ, ਤੇ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਗਿਆ ਸੀ, ਜਿਹਨੂੰ ਵਿਸ਼ਵ ਜਾਂ ਵਿਸ਼ੇ ਕਿਹਾ ਜਾਂਦਾ ਸੀ। ਤੇ ਇਸ ਕ੍ਰਮ ਦੀ ਜਿਹੜੀ ਅਖੀਰਲੀ ਇਕਾਈ ਸੀ ਉਹ ਪਿੰਡ ਸੀ, ਜਿਹਨੂੰ ਕਿ ਗ੍ਰਾਮ ਕਿਹਾ ਜਾਂਦਾ ਸੀ। ਤੇ ਸਮੇਂ ਦੇ ਨਾਲ ਨਾਲ ਇਹਨਾਂ ਦੇ ਨਾਵਾਂ ਦੇ ਵਿੱਚ ਬਦਲਾਵ ਆਈ ਜਾਂਦੇ ਸੀਗੇ। ਗੁਪਤ ਸਾਮਰਾਜ ਦੇ ਸਮੇਂ ਦੌਰਾਨ ਜਿਹੜੀ ਰਾਜ ਦੀ ਰਾਜਧਾਨੀ ਸੀਗੀ ਉਹ ਪਾਟਲੀਪੁੱਤਰ ਸੀਗੀ। ਤੇ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ, ਗੁਪਤ ਕਾਲ ਦੇ ਸਮੇਂ ਦੌਰਾਨ ਰਾਜ ਦਾ ਜਿਹੜਾ ਅਹੁਦਾ ਸੀਗਾ ਉਹ ਸਭ ਤੋਂ ਜ਼ਿਆਦਾ ਉੱਚਾ ਮੰਨਿਆ ਜਾਂਦਾ ਸੀਗਾ। ਹੁਣ ਅਸੀਂ ਗੁਪਤ ਸਾਮਰਾਜ ਦੇ ਸਮਾਜਿਕ ਜੀਵਨ ਬਾਰੇ ਜਾਣਕਾਰੀ ਹਾਸਲ ਕਰਦੇ ਆਂਗੇ। ਸਿੰਧ ਘਾਟੀ ਸੱਭਿਅਤਾ ਦੇ ਵਿੱਚ ਜਾਤ ਸੰਬੰਧੀ ਕੋਈ ਪ੍ਰਮਾਣ ਨਹੀਂ ਮਿਲਦਾ ਹੈਗਾ ਕਿ ਉਦੋਂ ਵੀ ਜਿਹੜੀ ਜਾਤ ਸੀਗੀ ਉਹ ਹੋਂਦ ਦੇ ਵਿੱਚ ਆਈ ਸੀ, ਮਤਲਬ ਉਦੋਂ ਵੀ ਅਲੱਗ-ਅਲੱਗ ਜਾਤਾਂ ਦੇ ਲੋਕ ਸੀਗੇ ਜਾਂ ਨਹੀਂ ਸੀਗੇ, ਇਹਦਾ ਜਿਹੜਾ ਪ੍ਰਮਾਣ ਹੈਗਾ ਹਾਲੇ ਤੱਕ ਆਪਾਂ ਨੂੰ ਨਹੀਂ ਮਿਲਦਾ। ਪਰ ਜਿਉਂ-ਜਿਉਂ ਜਿਹੜਾ ਸਮਾਜ ਹੈਗਾ ਉਹ ਅੱਗੇ ਵੱਧਦਾ ਜਾਂਦਾ ਗਾ ਤਾਂ ਜਿਹੜੀਆਂ ਉਹ ਜਾਤਾਂ ਨੇਗੀਆਂ ਉਹ ਕੰਮ ਦੇ ਆਧਾਰ 'ਤੇ ਹੋ ਜਾਂਦੀਆਂ ਨੇ। ਮਤਲਬ ਕਿ ਜਿਹੜਾ ਸੋਨੇ ਦਾ ਕੰਮ ਕਰਦਾ ਗਾ ਉਹਨੂੰ ਸੁਨਿਆਰ ਕਿਹਾ ਜਾਣ ਲੱਗਦਾ ਗਾ, ਤੇ ਲੋਹੇ ਦੇ ਕੰਮ ਕਰਨ ਵਾਲੇ ਨੂੰ ਲੁਹਾਰ। ਇਸੇ ਤਰ੍ਹਾਂ ਹੀ ਗੁਪਤ ਸਾਮਰਾਜ ਦੇ ਵਿੱਚ ਜਿਹੜੀ ਜਾਤੀ ਵਿਵਸਥਾ ਸੀ, ਜਿਹੜੀ ਵਰਣ ਵਿਵਸਥਾ ਸੀ, ਉਹਦੇ ਵਿੱਚ ਕਾਫੀ ਜ਼ਿਆਦਾ ਜਟਿਲਤਾ ਵੱਧ ਗਈ ਸੀਗੀ। ਮਤਲਬ ਕਿ ਜੇ ਕੋਈ ਬੰਦਾ ਆਪਣਾ ਕੰਮ ਚੇਂਜ ਕਰ ਲੈਂਦਾ ਸੀ ਤਾਂ ਉਹਦੇ ਨਾਲ ਉਹਦੀ ਜਾਤ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਸੀਗਾ। ਇਸ ਤੋਂ ਇਲਾਵਾ ਉਦੋਂ ਜਾਤੀਆਂ ਦੇ ਨਾਲ ਨਾਲ ਜਿਹੜੀਆਂ ਉਪ ਜਾਤੀਆਂ ਸੀਗੀਆਂ ਉਹ ਵੀ ਬਣ ਗਈਆਂ ਸੀਗੀਆਂ। ਪਹਿਲਾਂ ਬ੍ਰਾਹਮਣ, ਖੱਤਰੀ, ਵੈਸ਼ ਤੇ ਜਿਹੜੇ ਸ਼ੂਦਰ ਸੀਗੇ ਉਹ 4 ਵਰਨ ਸੀਗੇ, ਪਰ ਬਾਅਦ ਦੇ ਵਿੱਚ ਜਿਹੜੀਆਂ ਜਾਤੀਆਂ ਸੀਗੀਆਂ ਉਹ ਬਣੀਆਂ ਸੀਗੀਆਂ। ਇਸ ਤੋਂ ਇਲਾਵਾ ਗੁਪਤ ਸਾਮਰਾਜ ਦੇ ਵਿੱਚ ਨਵੀਆਂ ਜਾਤੀਆਂ ਦਾ ਜਨਮ ਹੋਇਆ ਸੀਗਾ। ਇਹ ਜਿਹੜੀਆਂ ਨਵੀਆਂ ਜਾਤੀਆਂ ਦਾ ਜਨਮ ਹੋਇਆ ਸੀਗਾ ਇਹ 2 ਤਰੀਕਿਆਂ ਦੇ ਨਾਲ ਹੋਇਆ ਸੀਗਾ। ਪਹਿਲਾਂ ਇਹ ਸੀ ਜੇ ਕੋਈ ਬੰਦਾ ਅਲੱਗ ਕੰਮ ਕਰਦਾ ਸੀਗਾ ਤਾਂ ਉਹਨੂੰ ਅਲੱਗ ਜਾਤ ਦਾ ਨਾਮ ਦੇ ਦਿੱਤਾ ਜਾਂਦਾ ਸੀ, ਤੇ ਦੂਸਰੇ ਨੰਬਰ 'ਤੇ ਜੇ ਕੋਈ 2 ਅੰਤਰਜਾਤੀ ਮਨੁੱਖ ਆਪਸ ਦੇ ਵਿੱਚ ਵਿਆਹ ਕਰਵਾ ਲੈਂਦੇ ਸੀ ਤੇ ਉਹ ਤੋਂ ਪੈਦਾ ਹੋਣ ਵਾਲੀ ਜਿਹੜੀ ਸੰਤਾਨ ਹੁੰਦੀ ਸੀਗੀ ਉਹਨੂੰ ਨਵੀਂ ਜਾਤੀ ਦਾ ਨਾਮ ਆ ਜਿਹੜਾ ਉਹ ਦੇ ਦਿੱਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਗੁਪਤ ਸਾਮਰਾਜ ਦੇ ਵਿੱਚ ਜਿਹੜੀ ਜਾਤੀ ਪ੍ਰਥਾ ਸੀ ਉਹ ਕਾਫੀ ਜ਼ਿਆਦਾ ਕਠੋਰ ਹੋ ਗਈ ਸੀ, ਤੇ ਜਿਹੜੀ ਅਛੂਤਾਂ ਦੀ ਹਾਲਤ ਆ ਉਹ ਤਰਸਯੋਗ ਸੀਗੀ। ਜਾਤੀ ਪ੍ਰਥਾ ਦੇ ਕਠੋਰ ਹੋਣ ਦਾ ਕਾਰਨ ਇਹ ਸੀ ਕਿ ਜਿਹੜੇ ਬ੍ਰਾਹਮਣ ਸੀਗੇ ਉਹ ਕਾਫੀ ਜ਼ਿਆਦਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦੇ ਸੀਗੇ, ਤੇ ਉਹ ਨੀਵੀਂ ਜਾਤੀ ਦੇ ਲੋਕਾਂ ਦੇ ਨਾਲ ਨਫ਼ਰਤ ਕਰਨ ਲੱਗ ਪਏ ਸੀਗੇ। ਤੇ ਇਸ ਤੋਂ ਇਲਾਵਾ ਜਿਹੜੇ ਅਛੂਤ ਸੀਗੇ ਉਹਨਾਂ ਨੂੰ ਬਿਲਕੁਲ ਹੀ ਸੁਸਾਇਟੀ ਨਾਲੋਂ ਵੱਖ ਸਮਝਿਆ ਜਾਂਦਾ ਸੀਗਾ। ਨਾ ਹੀ ਉਹਨਾਂ ਨੂੰ ਸੜਕਾਂ 'ਤੇ ਜਾਣ ਦੀ ਇਜਾਜ਼ਤ ਸੀਗੀ ਤੇ ਨਾ ਹੀ ਉਹ ਮੰਦਰਾਂ ਵਗੈਰਾ ਦੇ ਵਿੱਚ ਜਾ ਸਕਦੇ ਸੀਗੇ। ਇਸ ਤੋਂ ਇਲਾਵਾ ਗੁਪਤ ਸਾਮਰਾਜ ਦੇ ਵਿੱਚ ਜਿਹੜੀ ਇਸਤਰੀਆਂ ਦੀ ਸਥਿਤੀ ਸੀ ਉਹਦੇ ਵਿੱਚ ਵੀ ਗਿਰਾਵਟ ਆ ਗਈ ਸੀਗੀ, ਕਿਉਂਕਿ ਅਸੀਂ ਜਦੋਂ ਗੁਪਤ ਸਾਮਰਾਜ ਦੇ ਪਤਨ ਨੂੰ ਦੇਖਦੇ ਹਾਂ ਤਾਂ ਜਿਹੜੇ ਉਹਦੇ ਕਮਜ਼ੋਰ ਸ਼ਾਸਕ ਸੀਗੇ, ਮਤਲਬ ਕਿ ਸਕੰਦ ਗੁਪਤ ਤੇ ਭਾਨੂ ਗੁਪਤ, ਤਾਂ ਭਾਨੂ ਗੁਪਤ ਦੇ ਸਮੇਂ ਦੇ ਵਿੱਚ ਇਹ ਪ੍ਰਮਾਣ ਮਿਲਦਾ ਗਾ ਕਿ ਪਹਿਲੀ ਵਾਰ ਜਦੋਂ ਔਰਤ ਸਤੀ ਹੋਈ ਸੀ ਤਾਂ ਉਹਦੇ ਸਮੇਂ ਦੇ ਵਿੱਚ ਹੀ ਹੋਈ ਸੀਗੀ। ਉਸ ਸਮੇਂ ਤੋਂ ਹੀ ਜਿਹੜੀ ਇਸਤਰੀਆਂ ਦੀ ਹਾਲਤ ਸੀਗੀ ਉਹ ਤਰਸਯੋਗ ਹੋ ਗਈ ਸੀ ਤੇ ਉਹਨਾਂ ਦੀ ਹਾਲਤ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀਗੀ। ਪਰ ਗੁਪਤ ਸਾਮਰਾਜ ਦੇ ਵਿੱਚ ਜਦੋਂ ਜਾਤੀ ਪ੍ਰਥਾ ਇੰਨੀ ਜ਼ਿਆਦਾ ਜਟਿਲ ਸੀਗੀ ਤਾਂ ਉਸ ਸਮੇਂ ਜਿਹੜੇ ਅਪਰਾਧ ਸੀਗੇ ਉਹ ਕਾਫੀ ਜ਼ਿਆਦਾ ਘੱਟ ਹੁੰਦੇ ਸੀਗੇ, ਕਿਉਂਕਿ ਜਿਹੜਾ ਸਾਰਾ ਨਿਆਂ ਪ੍ਰਬੰਧ ਸੀਗਾ ਉਹ ਰਾਜੇ ਦੇ ਹੱਥ ਦੇ ਵਿੱਚ ਹੁੰਦਾ ਸੀਗਾ, ਤੇ ਜਿਹੜਾ ਰਾਜਾ ਹੀ ਹੁੰਦਾ ਸੀਗਾ ਉਹੀ ਨਿਆਂਬੱਧ ਫੈਸਲੇ ਲੈਂਦਾ ਸੀਗਾ। ਇਹ ਸੀ ਜੀ ਗੁਪਤ ਸਾਮਰਾਜ ਦਾ ਸਮਾਜਿਕ ਜੀਵਨ। ਉਸ ਤੋਂ ਬਾਅਦ ਅਸੀਂ ਗੁਪਤ ਸਾਮਰਾਜ ਦੇ ਆਰਥਿਕ ਜੀਵਨ ਦੀ ਗੱਲ ਕਰਦੇ ਆਂਗੇ। ਗੁਪਤ ਕਾਲ ਦੀ ਜਿਹੜੀ ਅਰਥ ਵਿਵਸਥਾ ਸੀਗੀ ਉਹ ਜ਼ਿਆਦਾਤਰ ਖੇਤੀਬਾੜੀ 'ਤੇ ਆਧਾਰਿਤ ਸੀਗੀ, ਕਿਉਂਕਿ ਉਸ ਸਮੇਂ ਜਿਹੜਾ ਮੁੱਖ ਕਿੱਤਾ ਸੀਗਾ ਉਹ ਖੇਤੀਬਾੜੀ ਸੀਗਾ, ਤੇ ਉਸ ਸਮੇਂ ਦੌਰਾਨ ਹੀ ਖੇਤੀਬਾੜੀ 'ਤੇ ਜਿਹੜਾ ਟੈਕਸ ਹੈਗਾ ਉਹ ਲੱਗਦਾ ਸੀ, ਤੇ ਕੁੱਲ ਉਪਜ ਦਾ 1/4 ਤੋਂ ਲੈ ਕੇ 1/6 ਹਿੱਸਾ ਗਾ ਜਿਹੜਾ ਟੈਕਸ ਲਿਆ ਜਾਂਦਾ ਸੀਗਾ, ਤੇ ਜਿਹੜਾ ਇਹ ਟੈਕਸ ਸੀਗਾ ਇਹਨੂੰ ਜਨਤਾ ਦੇ ਭਲੇ ਲਈ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਗੁਪਤ ਕਾਲ ਦੇ ਜਿਹੜੇ ਪ੍ਰਮੁੱਖ ਵਪਾਰਕ ਕੇਂਦਰ ਸੀ ਉਹ ਉਜੈਨ ਸੀ, ਤੇ ਜਿਹੜੀ ਪ੍ਰਮੁੱਖ ਬੰਦਰਗਾਹ ਸੀਗੀ ਉਹ ਤਾਮਰ ਲਿਪੀ ਜਾਂ ਤਾਮ ਲਿਪੀ ਸੀ। ਇਹ ਕਾਫੀ ਜ਼ਿਆਦਾ ਇੰਪੋਰਟੈਂਟ ਆ ਤੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਨੇ ਜਿਹੜੇ ਜ਼ਿਆਦਾਤਰ ਪੁੱਛੇ ਜਾਂਦੇ ਨੇਗੇ। ਤੇ ਗੁਪਤ ਕਾਲ ਦੇ ਸਮੇਂ ਦੌਰਾਨ ਸਭ ਤੋਂ ਜ਼ਿਆਦਾ ਜਿਹੜੇ ਸੋਨੇ ਦੇ ਸਿੱਕੇ ਸੀਗੇ ਉਹ ਜਾਰੀ ਕੀਤੇ ਗਏ ਸੀਗੇ, ਜਿਹਨੂੰ ਕਿ ਦਿਨਾਰ ਕਿਹਾ ਜਾਂਦਾ ਸੀ, ਤੇ ਚਾਂਦੀ ਦੇ ਜਿਹੜੇ ਸਿੱਕੇ ਸੀਗੇ ਉਹਨਾਂ ਨੂੰ ਰੁਪਏਕਾ ਕਿਹਾ ਜਾਂਦਾ ਸੀਗਾ। ਤੇ ਹੁਣ ਅਸੀਂ ਗੁਪਤ ਕਾਲ ਦੇ ਧਾਰਮਿਕ ਜੀਵਨ ਦੀ ਗੱਲ ਕਰਦੇ ਆਂਗੇ।
ਗੁਪਤ ਕਾਲ ਦੇ ਜਿਹੜੇ ਲੋਕ ਸੀਗੇ ਉਹ ਜ਼ਿਆਦਾਤਰ ਵੈਸ਼ਨਵ ਧਰਮ ਨੂੰ ਮੰਨਦੇ ਸੀਗੇ। ਇਸ ਕਰਕੇ ਗੁਪਤ ਕਾਲ ਦੇ ਵਿੱਚ ਜਿਹੜਾ ਵੈਸ਼ਨਵ ਧਰਮ ਹੈਗਾ ਉਹਦਾ ਕਾਫੀ ਜ਼ਿਆਦਾ ਵਿਕਾਸ ਹੋਇਆ ਸੀਗਾ। ਇਸ ਤੋਂ ਇਲਾਵਾ ਗੁਪਤ ਕਾਲ ਦੇ ਵਿੱਚ ਬੁੱਧ ਧਰਮ ਦਾ ਵੀ ਕਾਫੀ ਜ਼ਿਆਦਾ ਵਿਕਾਸ ਹੋਇਆ ਸੀ, ਕਿਉਂਕਿ ਜਿਹੜਾ ਨਾਲੰਦਾ ਵਿਸ਼ਵ ਵਿਦਿਆਲੇ ਸੀ, ਜਿਹਨੂੰ ਕਿ ਕੁਮਾਰ ਗੁਪਤ ਦੇ ਸਮੇਂ ਦੌਰਾਨ ਬਣਾਇਆ ਗਿਆ ਸੀਗਾ, ਉਹ ਬੁੱਧ ਧਰਮ ਨਾਲ ਸੰਬੰਧਿਤ ਸੀ। ਇਸ ਕਰਕੇ ਬੁੱਧ ਧਰਮ ਦਾ ਜਿਹੜਾ ਵਿਕਾਸ ਹੈਗਾ ਉਹ ਕਾਫੀ ਜ਼ਿਆਦਾ ਹੋਇਆ ਸੀ। ਪਰ ਜਿਹੜਾ ਜੈਨ ਧਰਮ ਹੈਗਾ ਉਹਦਾ ਵਿਕਾਸ ਹੈਗਾ ਗੁਪਤ ਕਾਲ ਦੇ ਸਮੇਂ ਦੌਰਾਨ ਉਹ ਸੀਮਤ ਹੁੰਦਾ ਗਾ। ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਹੈਗਾ ਗਾ ਕਿ ਗੁਪਤ ਕਾਲ ਦੇ ਵਿੱਚ ਜਿਹੜਾ ਮੰਦਿਰ ਨਿਰਮਾਣ ਦਾ ਕੰਮ ਹੈਗਾ ਉਹ ਆਰੰਭ ਹੋਇਆ ਮੰਨਿਆ ਜਾਂਦਾ ਗਾ, ਕਿਉਂਕਿ ਇਸ ਕਾਲ ਤੋਂ ਪਹਿਲਾਂ ਸਿਰਫ ਇਹ ਪ੍ਰਮਾਣ ਮਿਲਦੇ ਨੇ ਕਿ ਮੂਰਤੀਆਂ ਦਾ ਨਿਰਮਾਣ ਕੀਤਾ ਜਾਂਦਾ ਸੀ, ਨਾ ਕਿ ਮੰਦਿਰਾਂ ਦਾ। ਪਰ ਗੁਪਤ ਕਾਲ ਦੇ ਸਮੇਂ ਦੌਰਾਨ ਮੰਦਿਰਾਂ ਦਾ ਜਿਹੜਾ ਨਿਰਮਾਣ ਹੈਗਾ ਉਹ ਸ਼ੁਰੂ ਹੋਇਆ। ਤੇ ਗੁਪਤ ਕਾਲ ਦਾ ਜਿਹੜਾ ਸਭ ਤੋਂ ਮਸ਼ਹੂਰ ਮੰਦਿਰ ਹੈਗਾ ਉਹ ਪ੍ਰਸਿੱਧ 10 ਅਵਤਾਰ ਮੰਦਿਰ ਆ, ਜਿਹੜਾ ਕਿ ਅੱਜ ਕੱਲ੍ਹ ਦੇਵੀਗੜ੍ਹ ਝਾਂਸੀ ਦੇ ਵਿੱਚ ਹੈਗਾ। ਇਹ ਕਾਫੀ ਜ਼ਿਆਦਾ ਇੰਪੋਰਟੈਂਟ ਆ, ਇਹਦੇ ਵਿੱਚੋਂ ਕੁਐਸਚਨ ਪੁੱਛਿਆ ਜਾ ਸਕਦਾ ਗਾ। ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਇਹ ਆ ਕਿ ਇਸ ਕਾਲ ਦੇ ਵਿੱਚ ਜਿਹੜਾ ਰਾਜਾ ਸੀਗਾ ਉਹ ਸਾਰੇ ਧਰਮਾਂ ਨੂੰ ਬਰਾਬਰ ਮੰਨਦਾ ਸੀ। ਇਸ ਤੋਂ ਬਾਅਦ ਅਸੀਂ ਗੁਪਤ ਕਾਲ ਦੇ ਵਿੱਚ ਕਲਾ ਦੇ ਵਿਕਾਸ ਬਾਰੇ ਜਾਣਕਾਰੀ ਹਾਸਲ ਕਰਦੇ ਆਂਗੇ। ਗੁਪਤ ਕਾਲ ਦੇ ਵਿੱਚ ਜਿਹੜਾ ਕਲਾ ਗਾ ਉਹਦਾ ਵਿਕਾਸ ਸਭ ਤੋਂ ਜ਼ਿਆਦਾ ਹੁੰਦਾ ਗਾ। ਇਸ ਕਾਲ ਦੇ ਵਿੱਚ ਵਸਤੂ ਕਲਾ, ਚਿੱਤਰ ਕਲਾ ਤੇ ਮੂਰਤੀ ਕਲਾ ਦਾ ਵਿਕਾਸ ਹੁੰਦਾ ਗਾ। ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਇਹ ਆ ਕਿ ਇਸ ਕਾਲ ਦੇ ਵਿੱਚ ਨਾਗਰ ਸ਼ੈਲੀ ਦਾ ਸਭ ਤੋਂ ਜ਼ਿਆਦਾ ਵਿਕਾਸ ਹੁੰਦਾ ਗਾ। ਮਤਲਬ ਕਿ ਉੱਤਰੀ ਭਾਰਤ ਦੇ ਵਿੱਚ ਜਿਹੜੇ ਭਵਨ ਨਿਰਮਾਣ ਦੇ ਕੰਮ ਨੇ ਉਹਦੇ ਵਿੱਚ ਨਾਗਰ ਸ਼ੈਲੀ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਗਾ। ਬੁੱਧ ਧਰਮ ਦੇ ਨਾਲ ਨਾਲ ਜਿਹੜਾ ਹਿੰਦੂ ਧਰਮ ਹੈਗਾ ਉਹਦੇ ਵਿੱਚ ਵੀ ਮੂਰਤੀਆਂ ਦਾ ਜਿਹੜਾ ਨਿਰਮਾਣ ਹੈਗਾ ਉਹਦਾ ਕੰਮ ਸ਼ੁਰੂ ਹੋ ਜਾਂਦਾ ਇਸ ਕਾਲ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਇਹ ਆ ਕਿ ਬੁੱਧ ਧਰਮ ਦੀ ਜਿਹੜੀ ਮੂਰਤੀ ਆ ਗਈ ਜਿਨ੍ਹਾਂ ਵਿੱਚ ਉਹ ਭੂਮੀ ਸਪਰਸ਼ ਕਰਦੇ ਨਜ਼ਰ ਆ ਰਹੇ ਨੇ, ਉਸ ਸਥਿਤੀ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਮੂਰਤੀਆਂ ਨੇਗੀਆਂ ਉਹ ਬਣਾਈਆਂ ਜਾਂਦੀਆਂ ਨੇ ਇਸ ਕਾਲ ਦੇ ਵਿੱਚ। ਤੇ ਇੰਪੋਰਟੈਂਟ ਗੱਲ ਇਹ ਵੀ ਆ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਔਰੰਗਾਬਾਦ ਹੈਗਾ ਉੱਥੇ ਅਜੰਤਾ ਦੀ ਜਿਹੜੀ ਗੁਫਾ ਗਈ ਉਹਦੇ ਅੰਦਰ ਗੁਪਤ ਕਾਲ ਦੇ ਜਿਹੜੇ ਮਸ਼ਹੂਰ ਚਿੱਤਰ ਨੇ ਉਹ ਮਿਲਦੇ ਨੇਗੇ। ਕਲਾ ਦਾ ਜਿਹੜਾ ਸਭ ਤੋਂ ਜ਼ਿਆਦਾ ਵਿਕਾਸ ਹੈਗਾ ਉਹ ਇਸੇ ਯੁੱਗ ਵਿੱਚ ਹੀ ਹੁੰਦਾ ਗਾ, ਇਸ ਕਰਕੇ ਇਸ ਨੂੰ ਸੋਨ ਯੁੱਗ ਦਾ ਨਾਮ ਦਿੱਤਾ ਜਾਂਦਾ ਗਾ, ਜਿਹੜਾ ਕਿ ਇੱਕ ਇੰਪੋਰਟੈਂਟ ਆਬਜੈਕਟਿਵ ਕੁਐਸਚਨ ਬਣਦਾ ਗਾ। ਇਸ ਤੋਂ ਬਾਅਦ ਅਸੀਂ ਗੁਪਤ ਕਾਲ ਦੇ ਸਾਹਿਤ ਦੀ ਗੱਲ ਕਰਦੇ ਆਂਗੇ। ਉਸ ਸਮੇਂ ਗੁਪਤ ਕਾਲ ਦੇ ਵਿੱਚ ਜਿਹੜੀ ਰਾਜ ਦੀ ਭਾਸ਼ਾ ਸੀਗੀ ਉਹ ਸੰਸਕ੍ਰਿਤ ਸੀਗੀ। ਤੇ ਗੁਪਤ ਕਾਲ ਦੇ ਜਿਹੜੇ ਮਸ਼ਹੂਰ ਰਾਈਟਰ ਹੋਏ ਨੇ ਉਹਨਾਂ ਨੇ ਜਿਹੜੀ ਆਪਣੀਆਂ ਰਚਨਾਵਾਂ ਨੇਗੀਆਂ ਉਹ ਜ਼ਿਆਦਾਤਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀਆਂ ਨੇਗੀਆਂ। ਜਿਵੇਂ ਕਿ ਚੰਦਰਗੁਪਤ ਦੂਜੇ ਦੇ ਸਮੇਂ ਦੌਰਾਨ ਜਿਹੜਾ ਕਾਲੀਦਾਸ ਸੀਗਾ ਉਸ ਦੇ ਦਰਬਾਰ ਦਾ ਰਾਜ ਕਵੀ ਸੀਗਾ, ਜਿਹਦੀਆਂ ਕਿ ਮਸ਼ਹੂਰ ਪੁਸਤਕਾਂ ਨੇਗੀਆਂ ਸ਼ਕੁੰਤਲਾ, ਕਾਵਿ ਮੇਘਦੂਤ ਤੇ ਰਘੁਵੰਸ਼ਮ। ਇਸ ਤੋਂ ਇਲਾਵਾ ਗੁਪਤ ਕਾਲ ਨਾਲ ਸੰਬੰਧਿਤ ਜਿਹੜੀ ਪੰਚਤੰਤਰ ਪੁਸਤਕ ਆ ਗਈ ਉਹਦੀ ਰਚਨਾ ਵਿਸ਼ਨੂੰ ਸ਼ਰਮਾ ਨੇ ਕੀਤੀ ਹੈਗੀ। ਪੰਚਤੰਤਰ ਮਤਲਬ ਕਿ ਕਹਾਣੀਆਂ ਦਾ ਸੰਗ੍ਰਹਿ ਹੈ ਤੇ ਅਮਰਕੋਸ਼ ਡਿਕਸ਼ਨਰੀ ਦੀ ਰਚਨਾ ਅਮਰ ਸਿੰਘ ਨੇ ਕੀਤੀ ਹੈ। ਇਹ ਸੀਗਾ ਗੁਪਤ ਸਾਮਰਾਜ ਦਾ ਸਾਹਿਤ। ਇਸ ਤੋਂ ਬਾਅਦ ਅਸੀਂ ਗੁਪਤ ਸਾਮਰਾਜ ਦੇ ਦੌਰਾਨ ਵਿਗਿਆਨ ਅਤੇ ਤਕਨੀਕੀ ਦੀ ਗੱਲ ਕਰਦੇ ਆਂਗੇ। ਗੁਪਤ ਕਾਲ ਦੇ ਜਿਹੜੇ ਪ੍ਰਸਿੱਧ ਵਿਗਿਆਨੀ ਸੀਗੇ ਉਹ ਆਰਿਆ ਭੱਟ ਤੇ ਵਰਾਹ ਮਿਹਰ ਸੀ। ਤੇ ਇਸੇ ਕਾਲ ਦੇ ਵਿੱਚ ਆਰਿਆ ਭੱਟ ਨੇ ਇਹ ਗੱਲ ਦੱਸੀ ਸੀ ਕਿ ਜਿਹੜਾ ਸੂਰਜ ਹੈਗਾ ਉਹ ਧਰਤੀ ਦੇ ਦੁਆਲੇ ਨਹੀਂ ਘੁੰਮਦਾ, ਬਲਕਿ ਜਿਹੜੀ ਧਰਤੀ ਹੈਗੀ ਉਹ ਸੂਰਜ ਦੇ ਦੁਆਲੇ ਘੁੰਮਦੀ ਹੈਗੀ। ਇਸ ਤੋਂ ਇਲਾਵਾ ਉਹਨੇ ਸਾਰੇ ਗ੍ਰਹਿਾਂ ਬਾਰੇ ਤੇ ਬ੍ਰਹਿਮੰਡ ਬਾਰੇ ਜਾਣਕਾਰੀ ਦਿੱਤੀ ਸੀਗੀ। ਤੇ ਆਰਿਆ ਭੱਟ ਦੀਆਂ ਜਿਹੜੀਆਂ ਪ੍ਰਸਿੱਧ ਪੁਸਤਕਾਵਾਂ ਨੇਗੀਆਂ ਉਹਨਾਂ ਦੇ ਨਾਮ ਨੇ ਜਿਵੇਂ ਆਰਿਆ ਭੱਟਿਆਮ ਤੇ ਸੂਰਜ ਸਿਧਾਂਤ। ਇਸ ਤੋਂ ਇਲਾਵਾ ਜਿਹੜਾ ਬ੍ਰਹਮਹਿਰ ਹੈਗਾ ਉਹਨੇ ਇਹ ਸਿਧਾਂਤ ਦਿੱਤਾ ਸੀ ਕਿ ਜਿਹੜਾ ਚੰਨ ਹੈਗਾ ਉਹ ਪ੍ਰਿਥਵੀ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਗਾ। ਤੇ ਗੁਪਤ ਸਾਮਰਾਜ ਦਾ ਜਿਹੜਾ ਮਹੱਤਵਪੂਰਨ ਵਿਗਿਆਨੀ ਸੀ ਉਹ ਬ੍ਰਹਮਗੁਪਤ ਵੀ ਸੀ, ਜਿਹਨੇ ਕਿ ਬ੍ਰਹਮ ਸਿਧਾਂਤ ਦੀ ਰਚਨਾ ਕੀਤੀ ਸੀਗੀ। ਇਸੇ ਕਰਕੇ ਹੀ ਬ੍ਰਹਮਗੁਪਤ ਨੂੰ ਭਾਰਤ ਦਾ ਨਿਊਟਨ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਗੁਪਤ ਸਾਮਰਾਜ ਦੇ ਜਿਹੜੇ ਸਾਰੇ ਇੰਪੋਰਟੈਂਟ ਪੁਆਇੰਟਸ ਨੇ ਉਹ ਇਸ ਵੀਡੀਓ ਦੇ ਵਿੱਚ ਕਵਰ ਕਰ ਲਏ ਨੇ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।